ਇਹ ਸਰਦੂਲਗੜ੍ਹ ਦੇ ਬਾਹਰਵਾਰ ਇੱਕ ਸੁਨਸਾਨ ਬਸਤੀ ਤੇ ਇਸ ਸੁੰਨੀ ਥਾਂ ਤੇ ਬਿਨਾਂ ਦਰਵਾਜ਼ੇ ਦਾ ਇੱਕ ਢਹਿੰਦੀ ਛੱਤ ਵਾਲਾ ਮਕਾਨ, ਜਿਸ 'ਚ ਰਹਿਣ ਵਾਲਾ 4 ਜੀਆਂ ਦਾ ਪਰਿਵਾਰ, ਪਤੀ ਪਤਨੀ ਤੇ 2 ਪਿਆਰੇ ਬੇਟਾ ਤੇ ਬੇਟੀ। ਪਰ ਕੁਦਰਤ ਦੀ ਹੋਣੀ ਕਿ ਇਸ ਘਰ 'ਚੋਂ 2 ਸਾਲ ਪਹਿਲਾਂ ਮਾਂ ਦਾ ਸਾਇਆ ਉੱਠ ਗਿਆ ਤੇ 7 ਮਹੀਨੇ ਪਹਿਲਾਂ ਬਾਪ ਦਾ। ਪਿੱਛੇ ਰਹਿ ਗਏ 2 ਮਾਸੂਮ ਬੱਚੇ, 12 ਸਾਲ ਦੀ ਮਾਸੂਮ ਧੀ ਪੂਜਾ ਤੇ 13 ਸਾਲਾ ਪੂਜਾ ਦਾ ਵੀਰ। ਪੁੱਤ ਤੇਰੀ ਮੰਮੀ ਕਿੱਥੇ ਆ? ਉਹ ਹੈ ਨਹੀਂ ਜੀ, ਮੁੱਕ ਗਏ। ਡੈਡੀ ਉਹ ਵੀ ਮਰ ਗਏ ਜੀ। ਮਰ ਗਏ ਉਹ ਵੀ। ਹਾਂਜੀ। ਕਿੰਨਾ ਚਿਰ ਹੋ ਗਿਆ ਪੁੱਤ? ਮੰਮੀ ਨੂੰ 2 ਸਾਲ ਹੋ ਗਏ, ਡੈਡੀ ਨੂੰ ਸਾਲ 6-7 ਮਹੀਨੇ ਹੋ ਗਏ। ਡੈਡੀ ਨੂੰ 6-7 ਮਹੀਨੇ ਹੋ ਗਏ। ਤੇ ਰੋਟੀ ਕੌਣ ਬਣਾਉਂਦਾ ਘਰੇ? ਮੈਂ ਬਣਾਉਣੀ ਹੈ ਜੀ। ਪੜ੍ਹਦੀ ਆ ਤੂੰ? ਹਾਂਜੀ। ਕਿਹੜੀ ਕਲਾਸ ਪੜ੍ਹਦੀ ਆ? 8ਵੀਂ ਚ ਜੀ। 8ਵੀਂ ਕਲਾਸ। ਹਾਂਜੀ। ਤੇ ਦੂਜਾ ਤੇਰਾ ਕੌਣ ਹੈ ਹੋਰ ਘਰੇ? ਛੋਟਾ ਭਰਾ ਹੈ? ਹਾਂਜੀ। ਉਹ ਕਿੱਥੇ ਆ? ਉਹ ਦੁਕਾਨ ਤੇ ਗਿਆ ਹੈ ਜੀ। ਅੱਛਾ। ਤੇ ਰੋਟੀ ਪਾਣੀ ਤੂੰ ਫਿਰ ਤੂੰ ਆਪ ਬਣਾਉਣੀ ਹੈ? ਹਾਂਜੀ। ਤੇ ਤੈਨੂੰ ਖਰਚਾ ਪਾਣੀ ਫਿਰ ਕੋਈ ਦੇ ਕੇ ਜਾਂਦਾ? ਕੋਈ ਤੈਨੂੰ ਮਿਲਦਾ ਕੁਛ ਕਿਤੋਂ? ਹਾਂਜੀ। ਰੋਟੀ ਤੈਨੂੰ ਕੌਣ ਦਿੰਦਾ ਫਿਰ? ਆਟਾ ਤੈਨੂੰ ਕੌਣ ਦਿੰਦਾ? ਭਰਾ ਹੀ ਲਿਆਂਦਾ ਥੋੜਾ ਮੋਟਾ। ਥੋੜਾ ਮੋਟਾ ਭਰਾ ਲੈ ਕੇ ਆਉਂਦਾ? ਹਾਂਜੀ। ਕੁਝ ਦਿਨ ਪਹਿਲਾਂ ਇੱਕ ਬੱਚੀ ਨੂੰ ਜਦੋਂ ਕੁਝ ਵੀ ਮੰਗ ਲੈਣ ਨੂੰ ਇੱਕ ਵੀਡੀਓ ਦੇ ਵਿੱਚ ਕਿਹਾ ਜਾਂਦਾ ਹੈ ਤਾਂ ਉਹ ਬੇਹੱਦ ਮਾਸੂਮੀਅਤ ਦੇ ਨਾਲ ਢਹਿੰਦੀ ਜਾਂਦੀ ਇੱਕ ਕਮਰੇ ਦੀ ਛੱਤ ਦੇ ਹੇਠ ਖੜੀ ਕਹਿੰਦੀ ਹੈ ਕਿ ਮੈਨੂੰ ਖੰਡ ਦੇ ਦਿਓ, ਘਿਓ ਦੇ ਦਿਓ, ਪੱਤੀ ਦੇ ਦਿਓ। ਤੇ ਉਸ ਦੀਆਂ ਇਹ ਗੱਲਾਂ ਸੁਣ ਹਰ ਅੱਖ ਨਮ ਹੋਈ। ਤੈਨੂੰ ਕਿਹੜੀ ਕਿਹੜੀ ਚੀਜ਼ ਦੀ ਲੋੜ ਆ? ਬੋਲ ਕੇ ਦੱਸ ਦੇ ਜਿਹੜੀ ਚੀਜ਼ ਚਾਹੀਦੀ ਹੈ। ਦੱਸ ਦੇ। ਲੂਣ, ਮਿਰਚ, ਖੰਡ, ਹਲਦੀ, ਜੀਰਾ, ਤੇਲ, ਖੁੱਲ ਕੇ ਦੱਸ ਬੇਟਾ। ਘਿਓ, ਸਿਲੰਡਰ। ਹੋਰ ਬੋਲ, ਹੋਰ ਕੀ ਚਾਹੀਦਾ? ਘਰ ਵਾਸਤੇ ਜਿਹੜੀ ਚੀਜ਼ ਦੀ ਲੋੜ ਆ ਸਾਨੂੰ ਦੱਸ ਦੇ ਤੂੰ। ਪੱਤੀ। ਇਸ ਵਕਤ ਪੂਜਾ ਤੇ ਉਸਦੇ ਭਰਾ ਦੀ ਮਦਦ ਦੇ ਲਈ ਬਹੁਤ ਨੇਕ ਇਨਸਾਨ ਅੱਗੇ ਆ ਚੁੱਕੇ ਨੇ ਤੇ ਇਹਨਾਂ ਦਾ ਘਰ ਨਵੇਂ ਸਿਰੇ ਤੋਂ ਬਣਾਇਆ ਜਾਣ ਲੱਗਾ ਹੈ। ਜੇ ਤੁਹਾਨੂੰ ਪੁੱਛਿਆ ਗਿਆ ਕਿ ਤੁਹਾਨੂੰ ਕੀ ਚਾਹੀਦਾ, ਤੁਹਾਨੂੰ ਐ ਨਹੀਂ ਸੀ ਲੱਗਿਆ ਵੀ ਤੁਸੀਂ ਚਾਹ ਪੱਤੀ ਮੰਗੀ, ਖੰਡ ਮੰਗੀ, ਸਿਲੰਡਰ ਮੰਗਿਆ? ਤੁਹਾਨੂੰ ਐ ਨਹੀਂ ਸੀ ਲੱਗਿਆ ਛੱਤ ਡਿੱਗਣ ਵਾਲੀ ਆ? ਕਿ ਹਜੇ ਸਮਝ ਨਹੀਂ ਸੀ ਇੰਨੀ? ਪਤਾ ਨਹੀਂ ਲੱਗਿਆ ਜੀ, ਧਿਆਨ ਹੀ ਨਹੀਂ ਆਇਆ, ਛੱਤ ਵੱਲ ਧਿਆਨ ਨਹੀਂ ਕੀਤਾ ਸੀ। ਰਾਤ ਨੂੰ ਡਰ ਨਹੀਂ ਸੀ ਲੱਗਦਾ? ਇੱਕੋ ਹੀ ਬਲਬ ਉਹ ਛੱਤ 'ਚ ਡਿੱਗ ਜਾਂਦੀ, ਫਿਰ ਕੀ ਕਰਦੇ? ਡਰ ਤਾਂ ਲੱਗਦਾ ਸੀ ਜੀ, ਫਿਰ ਅਸੀਂ ਹੌਸਲਾ ਰੱਖਿਆ ਦੋਵੇਂ ਭੈਣ ਭਰਾਵਾਂ ਨੇ ਜੀ। ਕਿੰਨੀ ਉਮਰ ਆ ਪੂਜਾ ਤੇਰੀ? ਮੇਰੇ 12 ਸਾਲ ਹੈ ਜੀ। ਤੇ ਵੀਰੇ ਦੀ? 13 ਸਾਲ ਹੈ ਜੀ। ਪਰ ਇਹਨਾਂ ਮਾਸੂਮ ਤੇ ਅਨਾਥ ਬੱਚਿਆਂ ਦੀ ਦੇਖ-ਰੇਖ ਤੇ ਮਾਪਿਆਂ ਵਰਗੇ ਕਿਸੇ ਸਹਾਰੇ ਦੀ ਥੋੜ ਹਲੇ ਵੀ ਜਿਉਂਦੀ ਤਿਉਂ ਖੜੀ ਹੈ। ਬਚਪਨ ਦੀ ਮਾਸੂਮੀਅਤ ਫਿਕਰਾਂ 'ਚ ਤਬਦੀਲ ਹੋ ਕੇ ਉਮਰੋਂ ਪਹਿਲਾਂ ਸਿਆਣੀ ਹੋਈ ਪੂਜਾ ਨਾਲ ਕੀਤੀਆਂ ਗੱਲਾਂ ਸੋਚੀ ਪਾਉਂਦੀਆਂ ਨੇ ਕਿ ਅਸੀਂ ਬਚਪਨ ਦੇ ਰੂਬਰੂ ਕਿਵੇਂ ਦਾ ਸਮਾਜ ਖੜਾ ਕੀਤਾ, ਜਿਨ੍ਹਾਂ ਨੇ ਪੂਜਾ ਤੇ ਉਸਦੇ ਵੀਰ ਨੂੰ ਬਿਨਾਂ ਕਿਸੇ ਵੀ ਆਸ ਕੀਤੇ ਰਾਤ ਦੇ ਹਨੇਰੇ ਵਿੱਚ ਟੁੱਟੇ ਘਰ ਵਿੱਚ ਕਬੀਲਦਾਰੀ ਦੀਆਂ ਗੱਲਾਂ ਕਰਨ ਲਈ ਮਜਬੂਰ ਕੀਤਾ। ਤੇ ਹੁਣ ਨਹੀਂ ਕੋਈ ਆਇਆ? ਹੁਣ ਤਾਂ ਬਹੁਤ ਸਾਰੇ ਲੋਕ ਤੁਹਾਡੀ ਮਦਦ ਕਰੀ ਜਾਂਦੇ ਆ, ਘਰ ਬਣਨ ਲੱਗਿਆ, ਹੁਣ ਨਹੀਂ ਕੋਈ ਆਇਆ? ਹੁਣ ਜੀ ਰਾਤ ਮਾਮੀ ਆਈ ਸੀ ਜੀ, ਤੇ ਹੁਣ ਵੀ ਮਾਮਾ ਬਾਹਰ ਖੜਾ ਹੈ ਜੀ। ਅੱਛਾ। ਹਾਂਜੀ। ਹੁਣ ਉਹ ਕੀ ਕਹਿੰਦੇ? ਉਹ ਤੁਹਾਡਾ ਖਿਆਲ ਰੱਖਣਗੇ ਹੁਣ? ਜੀ ਅਸੀਂ ਉਹਨਾਂ ਨੇ ਕਹਿ ਤਾ ਸੀ ਇੱਧਰ ਹੀ ਠੀਕ ਹੈ ਜੀ। ਕਿਉਂ ਜੀ ਫਿਰ ਨਹੀਂ ਕਰਦਾ ਕਿ ਮੰਮੀ ਪਾਪਾ ਵਾਂਗੂ ਕੋਈ ਪਿਆਰ ਕਰੇ ਤੁਹਾਨੂੰ? ਕਰਦਾ ਹੈ ਜੀ, ਤਾਂ ਜੀ ਬਹੁਤ ਕਰਦਾ ਹੈ ਜੀ। ਮਿਸ ਕਰਦੇ ਆ ਮੰਮੀ ਪਾਪਾ ਨੂੰ? ਹਾਂਜੀ। ਪੂਜਾ ਦੀ ਮਾਸੂਮੀਅਤ 'ਚੋਂ ਸਮਾਜ ਦੇ ਸਾਹਮਣੇ ਸਵਾਲ ਕਰਦੀਆਂ ਕੁਝ ਗੱਲਾਂ ਤੁਹਾਡੇ ਸਭ ਦੇ ਰੂਬਰੂ। ਸਤਿ ਸ਼੍ਰੀ ਅਕਾਲ, ਔਨ ਏਅਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਰਮਨ ਤੂਰ ਤੇ ਅੱਜ ਮੈਂ ਪਹੁੰਚੀ ਹੋਈ ਹਾਂ ਸਰਦੂਲਗੜ੍ਹ ਦੇ ਵਿੱਚ। ਤੁਸੀਂ ਸਭ ਨੇ ਇੱਕ ਵੀਡੀਓ ਦੇਖੀ ਹੋਊਗੀ, ਮਾਸੂਮ ਜਿਹੀ ਬੱਚੀ ਤੇ ਉਹਨੂੰ ਜਦੋਂ ਪੁੱਛਿਆ ਜਾ ਰਿਹਾ ਕਿ ਤੈਨੂੰ ਚਾਹੀਦਾ ਕੀ ਆ ਤੇ ਉਹ ਦੱਸ ਰਹੀ ਹੈ ਕਿ ਮੈਨੂੰ ਹਲਦੀ ਚਾਹੀਦੀ ਆ, ਮਿਰਚਾਂ ਚਾਹੀਦੀਆਂ, ਚਾਹ ਪੱਤੀ ਚਾਹੀਦੀ ਆ, ਚੀਨੀ ਚਾਹੀਦੀ ਆ। ਤੇ ਬਹੁਤ ਛੋਟੇ ਛੋਟੇ 2 ਬੱਚੇ ਇੱਕ ਘਰ ਦੇ ਵਿੱਚ ਰਹਿ ਰਹੇ ਆ। ਤੇ ਉਸ ਤੋਂ ਪਹਿਲਾਂ ਕਿ ਮੈਂ ਉਸ ਘਰ ਦੇ ਵਿੱਚ ਲੈ ਕੇ ਜਾਵਾਂ, ਮੈਂ ਚਾਹੁੰਦੀ ਹਾਂ ਕਿ ਯਾਦਵਿੰਦਰ ਤੁਹਾਨੂੰ ਆਸਾ-ਪਾਸਾ ਦਿਖਾ ਦੇਵੇ ਕਿ ਕਿਸ ਤਰੀਕੇ ਦੀ ਅਸੁਰੱਖਿਅਤ ਜੀ ਜਗ੍ਹਾ, ਕਿਸ ਤਰੀਕੇ ਦੀ ਸੁਨਸਾਨ ਜਗ੍ਹਾ, ਜਿਹਦੇ ਵਿੱਚ ਬਿਨਾਂ ਬੂਹੇ ਬਾਰੀਆਂ ਦੇ ਟੁੱਟੀ ਹੋਈ ਛੱਤ ਦੇ ਨੀਚੇ 2 ਮਾਸੂਮ ਬੱਚੇ ਇਕੱਲੇ ਰਹਿ ਰਹੇ ਨੇ, ਇੱਕ ਦੂਜੇ ਦਾ ਸਹਾਰਾ ਬਣੇ ਹੋਏ। ਮਾਂ ਸਿਰ ਤੇ ਨਹੀਂ ਆ, ਪਿਓ ਦਾ ਸਾਇਆ ਸਿਰ ਤੇ ਨਹੀਂ ਬਚਿਆ। ਤੇ ਰਿਸ਼ਤੇਦਾਰ ਹਮੇਸ਼ਾ ਹੀ ਇਹ ਹੁੰਦਾ ਹੈ ਕਿ ਜਦੋਂ ਢਲਦਾ ਸੂਰਜ ਹੋਵੇ, ਢਲਦੇ ਪਰਛਾਵਿਆਂ ਦੇ ਨਾਲ ਤੁਹਾਡੇ ਨਾਲ ਕੋਈ ਨਹੀਂ ਖੜਦਾ। ਤੇ ਉਹਦੀ ਇੱਕ ਵੱਡੀ ਉਦਾਹਰਨ ਅਸੀਂ ਇੱਥੇ ਦੇਖੀ ਆ, ਜਿੱਥੇ ਪਹਿਲਾਂ ਇਨਸਾਨੀਅਤ ਮਰੀ ਹੋਈ ਦੇ ਦਰਸ਼ਨ ਹੋਏ ਆ ਤੇ ਹੁਣ ਇਨਸਾਨੀਅਤ ਜਿਉਂਦੀ ਦੇ ਦਰਸ਼ਨ ਹੋ ਰਹੇ ਨੇ, ਜਿੱਥੇ 7 ਬਗਾਨੇ ਆ ਕੇ ਜਿਨ੍ਹਾਂ ਨੂੰ ਕਿਹਾ ਜਾਂਦਾ ਉਹ ਇਹਨਾਂ ਬੱਚਿਆਂ ਨੂੰ ਸਾਂਭਣ ਦੀ ਕੋਸ਼ਿਸ਼ ਦੇ ਵਿੱਚ ਨੇ। ਸੋ ਇਸ ਵੇਲੇ ਮੈਂ ਉਸ ਘਰ ਦੇ ਬਾਹਰ ਖੜੀ ਹੋਈ ਹਾਂ। ਸਮਾਨ ਦੇਖ ਸਕਦੇ ਹੋ ਇਹਨਾਂ ਬੱਚਿਆਂ ਦਾ ਬਾਹਰ ਪਿਆ ਹੋਇਆ। ਤੇ ਅਰਦਾਸ ਚੈਰੀਟੇਬਲ ਟਰਸਟ ਜਿਹੜੀ ਸੰਸਥਾ ਹੈਗੀ ਆ, ਜਿਹੜੇ ਬਾਈ ਹੋਰਾਂ ਨੇ ਵੀਡੀਓ ਇਹਨਾਂ ਬਣਾ ਕੇ ਬੱਚਿਆਂ ਦੀ ਪਾਈ ਸੀ,
ਉਹਨਾਂ ਨੇ ਹੁਣ ਤਹਈਆ ਲਿਆ ਕੇ ਇਹਨਾਂ ਬੱਚਿਆਂ ਦੇ ਸਿਰ ਤੇ ਜਿਹੜੀ ਛੱਤ ਜਿਹੜੀ ਲੱਗਦਾ ਸੀਗਾ ਕਿ ਜਲਦੀ ਡਿੱਗ ਜਾਊਗੀ, ਉਹ ਛੱਤ ਘੱਟੋ ਘੱਟ ਪੱਕੀ ਕਰ ਦਿੱਤੀ ਜਾਵੇ ਤੇ ਉਸ ਤੋਂ ਬਾਅਦ ਇਹਨਾਂ ਬੱਚਿਆਂ ਦਾ ਵੀ ਕੋਈ ਸੋਹਣਾ ਪ੍ਰਬੰਧ ਕੀਤਾ ਜਾਵੇ ਜਿਹਦੇ ਵਿੱਚ ਬੱਚੇ ਦੇ ਨਾਲ ਬੇਟੀ ਦੀ ਸੁਰੱਖਿਆ ਜਿਹੜੀ ਇੱਕ ਵੱਡੀ ਚੀਜ਼ ਹੈਗੀ ਆ। ਸੋ ਜਿਹੜਾ ਡੋਰ ਦੇਖ ਸਕਦੇ ਹੋ ਤੁਸੀਂ, ਆਹ ਵਾਲਾ ਦਰਵਾਜ਼ਾ ਸੀਗਾ ਔਰ ਕਿੰਨਾ ਸੁੰਨਸਾਨ ਔਰ ਕਿੰਨੀ ਖਰਾਬ ਜਿਹੜੀ ਕਹਿ ਸਕਦੇ ਆ ਜਗ੍ਹਾ, ਅਸੁਰੱਖਿਅਤ ਜਗ੍ਹਾ ਸਪੈਸ਼ਲੀ ਦੋ ਛੋਟੇ ਛੋਟੇ ਬੱਚਿਆਂ ਦੇ ਰਹਿਣ ਦੇ ਲਈ। ਔਰ ਇਸ ਦਰਵਾਜ਼ੇ ਦੇ ਨਾਲ ਘਰ ਨੂੰ ਬੰਦ ਕੀਤਾ ਹੋਇਆ ਸੀ ਇਹਨਾਂ ਨੇ। ਤੇ ਇਸ ਵੇਲੇ ਦੀਆਂ ਅੰਦਰ ਜੇ ਮੈਂ ਤਸਵੀਰਾਂ ਦਿਖਾਵਾਂ ਤੇ ਘਰ ਦੀ ਛੱਤ ਜਿਹੜੀ ਕਿ ਬਿਲਕੁਲ ਡਿੱਗਣ ਵਾਲੀ ਸੀ, ਉਹ ਛੱਤ ਨੂੰ ਹੁਣ ਇੱਕ ਵਾਰੀ ਉਧੇੜ ਲਿਆ ਗਿਆ ਤਾਂ ਕਿ ਦੁਬਾਰਾ ਬਣਵਾਈ ਜਾ ਸਕੇ। ਤੇ ਪੂਜਾ ਬੈਠੀ ਵਿਹੜੇ 'ਚ ਦਿਖ ਰਹੀ ਹੈ, ਪਰ ਆ ਉਹਦਾ ਚੁੱਲ੍ਹਾ ਹੈ ਪੂਜਾ ਦਾ, ਜਿਹਦੇ ਉੱਤੇ ਬੈਠ ਕੇ ਪੂਜਾ ਰੋਟੀ ਬਣਾਉਂਦੀ ਸੀ। ਔਰ ਪਤਾ ਨਹੀਂ ਕਿੰਨੀ ਦੇਰ ਤੋਂ ਇਹ ਦੋਨੋਂ ਬੱਚੇ ਇਕੱਲੇ ਇੱਕ ਦੂਜੇ ਦਾ ਸਹਾਰਾ ਬਣੇ ਹੋਏ ਸੀ। ਸਿਰਫ ਇੱਕ ਕਮਰੇ ਦਾ ਜਿਹੜਾ ਘਰ ਆ ਔਰ ਇਸ ਘਰ ਦੇ ਵਿੱਚ ਇੱਕ ਛੋਟੀ ਜੀ ਬੱਚੀ ਜਿਹਦੀ ਮਾਸੂਮੀਅਤ ਨੇ ਕਹਿ ਸਕਦੇ ਹਾਂ ਕਿ ਸਾਰਿਆਂ ਦਾ ਦਿਲ ਵੀ ਜਿੱਤਿਆ ਤੇ ਹਰ ਅੱਖ ਰੋਈ ਵੀ ਆ। ਕਿੰਨੇ ਛੋਟੇ ਛੋਟੇ ਬੱਚੇ ਕਿਸ ਤਰੀਕੇ ਦੇ ਨਾਲ ਰਹਿ ਰਹੇ ਨੇ। ਸਤਿ ਸ਼੍ਰੀ ਅਕਾਲ ਪੂਜਾ। ਸਤਿ ਸ਼੍ਰੀ ਅਕਾਲ ਜੀ। ਪੂਜਾ ਕਿੰਨੀ ਦੇਰ ਤੋਂ ਇਕੱਲੇ ਰਹਿ ਰਹੇ ਹੋ ਪੁੱਤ ਤੁਸੀਂ ਇੱਥੇ? 6-7 ਮਹੀਨਿਆਂ ਤੋਂ ਰਹਿ ਰਹੇ ਹਾਂ ਜੀ। ਕੀ ਹੋਇਆ ਸੀ? ਪਾਪਾ ਕਿੱਥੇ ਆ, ਮੰਮੀ ਕਿੱਥੇ ਆ? ਮੰਮੀ ਦੀ ਵੀ ਡੈਥ ਹੋ ਗਈ ਜੀ ਤੇ ਡੈਡੀ ਦੀ ਵੀ ਡੈਥ ਹੋਈ ਹੈ ਜੀ। ਪਾਪਾ ਨੂੰ ਕੀ ਹੋਇਆ ਸੀ ਪੁੱਤ? ਉਹਨਾਂ ਨੂੰ ਕਾਲਾ ਪੀਲੀਆ ਸੀ ਜੀ ਤੇ ਮੰਮਾ ਨੂੰ ਕੈਂਸਰ ਸੀ ਜੀ। ਮੰਮਾ ਦੀ ਤਾਂ ਹੁਣ 6-7 ਮਹੀਨੇ ਪਹਿਲਾਂ ਡੈਥ ਹੋਈ ਆ। ਮੰਮਾ ਦੀ 2 ਸਾਲ ਪਹਿਲਾਂ ਤੇ ਡੈਡੀ ਦੀ 6-7 ਮਹੀਨੇ ਪਹਿਲਾਂ। ਪੂਜਾ ਨਾਨਕੇ ਕਿੱਥੇ ਪੁੱਤ ਤੁਹਾਡੇ? ਨਾਨਕੇ ਇੱਥੇ ਹੀ ਹੈ ਜੀ, ਬੈਕ ਸਾਈਡ ਰਹਿੰਦੇ ਆ। ਇੱਥੇ ਰਹਿੰਦੇ ਆ? ਹਾਂਜੀ। ਕੌਣ ਕੌਣ ਆ ਤੇਰੇ ਨਾਨਕਿਆਂ ਦੇ ਘਰੇ? ਇੱਕ ਮੇਰੇ ਮਾਮਾ ਹੈ ਜੀ, ਇੱਕ ਮਾਮੀ ਹੈ ਜੀ ਤੇ ਨਾਨਾ ਹੈ ਤੇ ਉਹਨਾਂ ਦੇ 3 ਜਵਾਕ ਹੈ ਜੀ। ਤੇ ਮਾਸੀ ਹੋਰੀ ਕੋਈ ਹੈਗੇ ਆ ਹੋਰ? ਮਾਸੀ, ਦਾਦੀ, ਦਾਦਾ ਕਿੱਥੇ ਰਹਿੰਦੇ ਸਾਰੇ ਜਾਣੇ? ਦਾਦੀ ਹੈ ਜੀ, ਤਾਇਆ ਹੈ ਜੀ, ਉਹ ਲੁਧਿਆਣੇ ਰਹਿੰਦੇ ਆ ਜੀ। ਠੀਕ ਆ। ਤੇ ਜਦੋਂ ਪਾਪਾ ਦੀ ਡੈਥ ਹੋਈ ਸੀ ਪੁੱਤ ਫਿਰ ਤੁਸੀਂ ਇਕੱਲੇ ਰਹਿ ਗਏ, ਇੱਥੇ ਕੋਈ ਆਇਆ ਨਹੀਂ ਤੁਹਾਡੇ ਕੋਲੇ? ਹੈ ਨਹੀਂ ਜੀ, ਉਹ ਤਾਂ ਉੱਥੇ ਹੋਏ ਸੀ ਜੀ ਪੂਰੇ ਲੁਧਿਆਣੇ, ਫਿਰ ਅਸੀਂ ਉੱਥੇ ਗਏ ਸੀ ਜੀ। ਤੁਸੀਂ ਗਏ ਸੀ? ਹਾਂਜੀ। ਫਿਰ ਇੱਥੇ ਪੁੱਤ ਇੱਥੇ ਕੋਈ ਆਇਆ ਕਦੋਂ ਨਹੀਂ ਆ? ਪਿੱਛੇ ਨਾਨਕੇ ਵੀ ਤੁਹਾਡੇ ਨੇੜੇ ਹੀ ਆ, ਦਾਦਾ ਦਾਦੀ ਕੋਈ ਵੀ ਨਹੀਂ ਆਇਆ ਤੁਹਾਡੇ ਕੋਲੇ? ਨਹੀਂ ਜੀ। ਉਹਨਾਂ ਨੂੰ ਫਿਕਰ ਨਹੀਂ ਹੋਈ ਕਿ ਤੁਸੀਂ ਬਹੁਤ ਛੋਟੇ ਛੋਟੇ ਆ, ਇਕੱਲੇ ਰਹਿ ਰਹੇ ਹੋ ਇੱਥੇ? ਨਹੀਂ ਜੀ। ਤੁਸੀਂ ਕਦੇ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਨਾਨਕਿਆਂ ਨਾਲ ਜਾਂ ਦਾਦਕਿਆਂ ਨਾਲ ਕਿ ਅਸੀਂ ਇਕੱਲੇ ਆ? ਤੁਹਾਨੂੰ ਡਰ ਨਹੀਂ ਲੱਗਦਾ ਸੀ ਇੱਥੇ ਇਦਾਂ ਨਿੱਕੇ ਜਿਹੇ ਘਰ 'ਚ ਇਕੱਲੇ ਰਹਿ ਰਹੇ ਹੋ? ਨਹੀਂ ਜੀ, ਐਵੇਂ ਤਾਂ ਆਂਢ ਗੁਆਂਢ ਹੈਗੇ ਆ ਜੀ, ਖਿਆਲ ਰੱਖਦੇ ਸਾਡਾ। ਅੱਛਾ, ਖਿਆਲ ਰੱਖਦੇ ਸੀ ਤੁਹਾਡਾ। ਹਾਂਜੀ। ਤੇ ਹੁਣ ਜਿਸ ਤਰੀਕੇ ਨਾਲ ਤੁਸੀਂ ਵੀਡੀਓ ਪਾਈ ਸੀ, ਤੁਹਾਨੂੰ ਲੋਕਾਂ ਨੇ ਪੁੱਛਿਆ, ਬਾਈ ਜੀ ਹੋਰੀ ਆਏ ਸੀ ਤੇ ਮੈਂ ਸੁਣਿਆ ਕਹਿੰਦੇ ਤੁਸੀਂ ਪਹਿਲਾਂ ਡਰ ਗਏ ਸੀ। ਡਰ ਕਦੋਂ ਲੱਗਿਆ ਸੀ ਤੁਹਾਨੂੰ? ਵੈਸੇ ਜੀ ਕਦੇ ਨੇ ਲੋਕ ਘਰੇ ਦੇਖੇ ਨਹੀਂ ਜੀ, ਇਸ ਲਈ ਜੀ। ਕਦੇ ਦੇ ਲੋਕ ਦੇਖੇ ਨਹੀਂ ਸੀ? ਨਹੀਂ ਜੀ। ਤੇ ਹੁਣ ਕੀ ਮਹਿਸੂਸ ਕਰਦੇ ਹੋ ਬੱਚੂ? ਤੁਸੀਂ ਜਦੋਂ ਤੁਹਾਨੂੰ ਪੁੱਛਿਆ ਗਿਆ ਕਿ ਤੁਹਾਨੂੰ ਕੀ ਚਾਹੀਦਾ, ਤੁਹਾਨੂੰ ਐ ਨਹੀਂ ਸੀ ਲੱਗਿਆ ਵੀ ਤੁਸੀਂ ਚਾਹ ਪੱਤੀ ਮੰਗੀ, ਖੰਡ ਮੰਗੀ, ਸਿਲੰਡਰ ਮੰਗਿਆ, ਤੁਹਾਨੂੰ ਐ ਨਹੀਂ ਸੀ ਲੱਗਿਆ ਛੱਤ ਡਿੱਗਣ ਵਾਲੀ ਆ? ਕਿ ਹਜੇ ਸਮਝ ਨਹੀਂ ਸੀ ਇੰਨੀ? ਪਤਾ ਨਹੀਂ ਲੱਗਿਆ ਜੀ, ਧਿਆਨ ਹੀ ਨਹੀਂ ਆਇਆ, ਛੱਤ ਵੱਲ ਧਿਆਨ ਨਹੀਂ ਕੀਤਾ ਸੀ। ਰਾਤ ਨੂੰ ਡਰ ਨਹੀਂ ਸੀ ਲੱਗਦਾ? ਇੱਕੋ ਹੀ ਬਲਬ ਉਹ ਛੱਤ 'ਚ ਡਿੱਗ ਜਾਂਦੀ, ਫਿਰ ਕੀ ਕਰਦੇ? ਡਰ ਤਾਂ ਲੱਗਦਾ ਸੀ ਜੀ, ਫਿਰ ਅਸੀਂ ਹੌਸਲਾ ਰੱਖਿਆ ਦੋਵੇਂ ਭੈਣ ਭਰਾਵਾਂ ਨੇ ਜੀ। ਕਿੰਨੀ ਉਮਰ ਆ ਪੂਜਾ ਤੇਰੀ? ਮੇਰੀ 12 ਸਾਲ ਹੈ ਜੀ। ਤੇ ਵੀਰੇ ਦੀ? 13 ਸਾਲ ਹੈ ਜੀ। ਤੇ ਇੰਨੇ ਨਿੱਕੇ ਨਿੱਕੇ ਬੱਚਿਆਂ ਨੂੰ ਤਾਂ ਕੁਝ ਨਹੀਂ ਪਤਾ ਹੁੰਦਾ ਪੁੱਤ, ਉਹਨਾਂ ਦਾ ਤਾਂ ਸੁਪਨੇ ਹੀ ਹੋਰ ਹੁੰਦੇ ਆ। ਫਿਰ ਇਹ ਇੰਨੀਆਂ ਔਖੀਆਂ ਗੱਲਾਂ ਕਿਵੇਂ ਸਿੱਖ ਲੀਆਂ? ਕੋਈ ਆਇਆ ਨਹੀਂ ਕੋਲੇ ਇਸ ਲਈ ਆਪੇ ਹੀ ਸਮਝ ਆ ਗਈ? ਕੋਈ ਦੱਸ ਦਿੰਦਾ ਸੀ, ਟੀਚਰ ਦਿੰਦੇ ਆ ਸਿੱਖਿਆ ਜੀ, ਤੇ ਕੁਛ ਐਵੇਂ ਆਂਢ ਗੁਆਂਢ ਦੱਸ ਦਿੰਦਾ। ਮਾਮੀ ਕੋਲ ਰਹੇ ਸੀ 3-4 ਮਹੀਨੇ, ਉਹਨਾਂ ਨੇ ਦੱਸਿਆ ਸੀ ਕੁਛ ਜੀ ਸਾਨੂੰ। ਕੀ ਸਮਝਾਇਆ ਸੀ ਉਹਨਾਂ ਨੇ? ਉਹ ਕਹਿੰਦੇ ਸੀ ਤੁਹਾਡੇ ਮੰਮੀ ਡੈਡੀ ਹੁਣ ਆਉਣਾ ਨਹੀਂ, ਉਹਨਾਂ ਨੇ ਅਸੀਂ ਤੁਹਾਡੇ ਮੰਮੀ ਆ, ਅਸੀਂ ਤੁਹਾਡੇ ਡੈਡੀ ਆ ਹੁਣ, ਤੇ ਕਹਿੰਦੇ ਸੀ। ਫਿਰ ਉਹਨਾਂ ਨੇ ਪੈਸੇ ਕਢਾ ਲਏ, ਫਿਰ ਮੇਰੇ ਮਾਮੇ ਦਾ ਮੁੰਡਾ ਲੜਨ ਲੱਗ ਗਿਆ ਸਾਡੇ ਨਾਲ, ਫਿਰ ਅਸੀਂ ਇੱਧਰ ਆ ਗਏ ਦੋਵੇਂ ਭੈਣ ਭਰਾ। ਕਿਹੜੇ ਪੈਸੇ ਕਢਾ ਲਏ ਸੀ ਪੁੱਤ? ਪੈਸੇ ਸੀਗੇ ਤੁਹਾਡੇ ਕੋਲੇ? ਵਜੀਫੇ ਵਾਲੇ ਆਏ ਸੀ ਜੀ। ਵਜੀਫੇ ਵਾਲੇ ਆਏ ਸੀ? ਹਾਂਜੀ। ਕਿਹਨੇ ਕਢਾਏ ਸੀ ਉਹ ਪੈਸੇ? ਮਾਮੇ ਨੇ ਜੀ। ਤੇ ਫਿਰ ਉਹਨਾਂ ਨੇ, ਉਹ ਤੁਹਾਡੇ ਮੰਮੀ ਡੈਡੀ ਸੀ, ਪੈਸੇ ਕਢਾਉਣ ਤੱਕ ਮੰਮੀ ਡੈਡੀ ਸੀਗੇ? ਉਸ ਤੋਂ ਬਾਅਦ ਉਹਨਾਂ ਨੂੰ ਚੇਤਾ ਆਇਆ ਕਿ ਅਸੀਂ ਮੰਮੀ ਡੈਡੀ ਆ ਤੇ ਇਹ ਤੁਸੀਂ ਨਿੱਕੇ ਨਿੱਕੇ ਭੈਣ ਭਰਾ ਇਕੱਲੇ ਰਹਿ ਰਹੇ ਹੋ? ਉਦੋਂ ਬਾਅਦ 'ਚ ਨਹੀਂ ਕੋਈ ਆਇਆ ਤੁਹਾਡੇ ਕੋਲੇ? ਜੀ ਨਾਨਾ ਰਹਿੰਦਾ ਰਿਹਾ ਜੀ, ਉਹ ਵੀ ਉੱਧਰ ਚੱਲ ਗਏ ਸੀ। ਫਿਰ ਤੇ ਤੁਸੀਂ ਪੁੱਛਿਆ ਨਹੀਂ ਆ ਨਾਨਾ ਨੂੰ ਵੀ ਪਾਪਾ ਅਸੀਂ ਇਕੱਲੇ ਰਹਿ ਗਏ ਆ, ਨਿੱਕੇ ਨਿੱਕੇ ਤਾਂ ਹੈਗੇ ਆ, ਜੇ ਇੱਥੇ ਕੋਈ ਆ ਜਾਵੇ ਰਾਤ ਨੂੰ ਫਿਰ? ਨਹੀਂ ਜੀ, ਪੁੱਛਿਆ ਨਹੀਂ ਅਸੀਂ, ਉਦੋਂ ਦੇ ਆਏ ਨਹੀਂ, ਇੱਧਰ ਜਾਂਦੇ ਉੱਧਰ ਗਿਆ। ਤੇ ਹੁਣ ਨਹੀਂ ਕੋਈ ਆਇਆ? ਹੁਣ ਤਾਂ ਬਹੁਤ ਸਾਰੇ ਲੋਕ ਤੁਹਾਡੀ ਮਦਦ ਕਰੀ ਜਾਂਦੇ ਆ, ਘਰ ਬਣਨ ਲੱਗਿਆ, ਹੁਣ ਨਹੀਂ ਕੋਈ ਆਇਆ? ਹੁਣ ਜੀ ਰਾਤ ਮਾਮੀ ਆਏ ਸੀ ਜੀ, ਤੇ ਹੁਣ ਵੀ ਮਾਮਾ ਬਾਹਰ ਖੜਾ ਹੈ ਜੀ। ਅੱਛਾ। ਹਾਂਜੀ। ਹੁਣ ਉਹ ਕੀ ਕਹਿੰਦੇ, ਉਹ ਤੁਹਾਡਾ ਖਿਆਲ ਰੱਖਣਗੇ ਹੁਣ?
ਜੀ ਅਸੀਂ ਉਹਨਾਂ ਨੇ ਕਿਹਾ ਤਾਂ ਅਸੀਂ ਇੱਧਰ ਹੀ ਠੀਕ ਹਾਂ ਜੀ। ਕਿਉਂ ਜੀ ਨਹੀਂ ਫਿਰ ਕਰਦਾ ਕਿ ਮੰਮੀ ਪਾਪਾ ਵਾਂਗੂ ਕੋਈ ਪਿਆਰ ਕਰੇ ਤੁਹਾਨੂੰ? ਕਰਦਾ ਹੈ ਜੀ, ਤਾਂ ਜੀ ਬਹੁਤ ਕਰਦਾ ਹੈ ਜੀ। ਮਿਸ ਕਰਦੇ ਆ ਮੰਮੀ ਪਾਪਾ ਨੂੰ? ਹਾਂਜੀ। ਹੁਣ ਘਰ ਬਣ ਰਿਹਾ ਤੇ ਪਰ ਜਿਸ ਤਰੀਕੇ ਨਾਲ ਅਸੀਂ ਦੇਖਿਆ ਬਾਹਰ ਬਹੁਤ ਸੁੰਨੀ ਜਗ੍ਹਾ, ਤੇ ਇੱਥੇ ਫਿਰ ਇਕੱਲੇ ਕਿਵੇਂ ਰਹੋਗੇ ਬੱਚੇ? ਤੁਹਾਨੂੰ ਤਾਂ ਕਿਸੇ ਸਕੂਲ ਦੇ ਵਿੱਚ ਨਹੀਂ ਜਾਣਾ ਚਾਹੀਦਾ, ਹੋਸਟਲ 'ਚ? ਜਿਵੇਂ ਵੀਰ ਜੀ ਹੋਰੀ ਕਹਿ ਰਹੇ ਆ, ਉਹ ਕਹਿੰਦੇ ਕਿ ਅਸੀਂ ਮਤਲਬ ਚਾਹੁੰਦੇ ਆ ਕਿ ਕਿਸੇ ਹੋਸਟਲ 'ਚ ਜਾ ਕੇ ਪੜ੍ਹੇ, ਫਿਰ ਤੂੰ ਵੱਡੀ ਹੋ ਜਾਏ, ਫਿਰ ਸਾਂਭੇ। ਇੱਥੇ ਤੈਨੂੰ ਕਿਵੇਂ ਛੱਡਣਗੇ? ਇੱਥੇ ਤਾਂ ਰਾਤ ਨੂੰ ਹਰ ਰੋਜ਼ ਤਾਂ ਕੋਈ ਹੁੰਦਾ ਵੀ ਨਹੀਂ ਤੁਹਾਡੇ ਕੋਲੇ, ਫਿਰ ਤਾਂ ਬਹੁਤ ਖਤਰਾ ਇੱਥੇ। ਕੋਈ ਨਾ ਜੀ, ਅਸੀਂ ਐਡਜਸਟ ਕਰ ਲਾਂਗੇ ਜੀ। ਫਿਰ ਕਿਵੇਂ ਐਡਜਸਟ ਕਰੋਗੇ ਤੁਸੀਂ? ਕਰ ਲਾਂਗੇ ਜੀ। ਜੀ ਕਿਹੜੀ ਕਲਾਸ 'ਚ ਪੜ੍ਹ ਰਹੇ ਹੋ ਬੱਚੂ? 8th 'ਚ ਜੀ। ਤੇ ਹੁਣ ਤਾਂ 1.5 ਸਾਲ ਹੋ ਗਿਆ ਸਕੂਲ ਬੰਦ ਸੀਗੇ, ਹਨਾ? ਤੇ ਫਿਰ ਹੁਣ ਸਕੂਲ ਕਿਵੇਂ ਜਾਣਾ ਸੀਗਾ? ਵੀਰਾ ਤਾਂ ਹਜੇ ਕੰਮ ਸਿੱਖ ਰਿਹਾ ਸੀਗਾ। ਕਿੰਨੇ ਕੁ ਪੈਸੇ ਲੈ ਕੇ ਆਉਂਦਾ ਸੀ ਕਮਾ ਕੇ ਉਹ? ਉਹਨੂੰ 20-30 ਰੁਪਏ ਮਿਲਦੇ ਸੀ ਜੀ ਦੁਕਾਨ ਤੋਂ ਰੋਜ਼ daily। ਦੇ? ਹਾਂਜੀ। 20-30 ਰੁਪਏ 'ਚ ਵੀਰਾ ਕੀ ਲੈ ਕੇ ਆਉਂਦਾ ਸੀ ਫਿਰ? ਕਦੇ ਅਸੀਂ ਖੰਡ ਲਿਆਂਦੇ ਸੀ ਜੀ, ਕਦੇ ਪੱਤੀ ਲਿਆਂਦੇ, ਦੁੱਧ ਲਿਆਂਦਾ ਕਾਕੂ ਉੱਥੇ ਲਾ ਰੱਖਿਆ ਸੀ ਜੀ 20 ਰੁਪਏ ਦਾ ਜੀ। ਫਿਰ ਐਵੇਂ ਅਸੀਂ ਗੁਜ਼ਾਰਾ ਕਰੀਏ ਜੀ। 20 ਰੁਪਏ ਦਾ ਦੁੱਧ? ਹਾਂਜੀ। ਫਿਰ ਪੂਜਾ ਸਾਰਾ ਦਿਨ ਘਰੇ ਕੀ ਕਰਦੀ ਹੁੰਦੀ ਸੀ? ਕੁਛ ਨਹੀਂ ਜੀ, ਦੁਪਹਿਰੇ ਵਿਹਲੇ ਹੁੰਦੇ ਸੀ ਤੇ ਜਦ ਤਾਂ ਬੈਠੇ ਰਹਿੰਦੇ ਜੇ। ਸਹੇਲੀ ਹੈਗੀ ਆ ਉੱਥੋਂ, ਉਹਦੇ ਕੋਲ ਚਲ ਜਾਂਦੇ ਸੀ ਜੀ। ਤੇ ਇੱਥੇ ਫਿਰ ਸਵੇਰ ਉਠਾਉਂਦਾ ਕੌਣ ਸੀ ਵੀਰੇ ਨੂੰ ਕੰਮ ਤੇ ਭੇਜਣ ਲਈ? ਕੀ ਸਮਾਨ ਸੀਗਾ ਘਰੇ? ਟੀਵੀ ਚੱਲਦਾ ਸੀਗਾ? ਕੋਈ ਕਿਤਾਬ ਕੁਝ ਕੀ ਕਰਦੇ ਸੀ ਸਾਰਾ ਦਿਨ ਫਿਰ ਵੀ? ਟੀਵੀ ਨਹੀਂ ਹੈ ਜੀ, ਕਿਤਾਬਾਂ ਹੈਗੀਆਂ ਸੀ, ਉਹ ਪੜ੍ਹ ਲੈਂਦੇ ਸੀ ਜੀ ਉਹਦੇ ਨਾਲ। ਫਿਰ ਸਾਰਾ ਦਿਨ ਦੱਸੋ ਕੀ ਕਰਦੇ ਸੀਗੇ ਤੁਸੀਂ? ਵੀਰੇ ਦੀ ਰੋਟੀ ਕਾਹਦੇ ਤੇ ਬਣਾਉਂਦੇ ਸੀ? ਚੁੱਲ੍ਹੇ ਤੇ ਬਣਾਉਂਦੇ ਸੀ ਜੀ। ਵੈਸੇ ਹੁਣ ਸਿਲੰਡਰ ਦੇ ਦਿੱਤਾ ਉਹਨਾਂ ਨੇ ਕਲੱਬ ਵਾਲਿਆਂ ਨੇ ਜੀ। ਤੇ ਪਹਿਲਾਂ ਚੁੱਲ੍ਹੇ ਤੇ ਬਣਾਉਂਦੇ ਸੀ, ਫਿਰ ਉਹਦੇ ਲਈ ਬਾਲਣ ਕਿੰਨਾ ਕੁਝ ਚਾਹੀਦਾ ਹੁੰਦਾ, ਤੇ ਤੁਸੀਂ ਬਾਹਰ ਇਕੱਲੇ ਇੰਨੀ ਗਰਮੀ 'ਚ ਜਾਂਦੇ ਹੁੰਦੇ ਸੀ, ਕਿੱਥੋਂ ਪ੍ਰਬੰਧ ਕਰਦੇ ਸੀ ਪੂਜਾ? ਇੱਥੇ ਮਾਸੀ ਨੇ ਕਿਹਾ ਸੀ ਜੀ ਲੱਕੜਾ ਸਾਡੇ ਲੈ ਜਾ ਕਰੋ, ਉੱਥੋਂ ਲੈ ਲੈਂਦੇ ਸੀ ਜੀ। ਤੇ ਮਾਸੀ ਨੇ ਕਦੇ ਆਈ ਨਹੀਂ ਕਿਹਾ ਕਿ ਤੂੰ ਮੇਰੇ ਕੋਲ ਹੀ ਰਹਿਣ ਲੱਗ ਜਾ, ਤੂੰ ਨਿੱਕੀ ਜੀ ਆ, ਇਕੱਲੀ ਆ? ਕਹਿੰਦੇ ਆ, ਸਾਰੇ ਕਹਿੰਦੇ ਆ ਜੀ। ਫਿਰ ਤੁਸੀਂ ਕਾਹਤੋਂ ਨਹੀਂ ਗਏ? ਵੈਸੇ ਨਹੀਂ ਜਾਂਦੇ ਸੀ ਅਸੀਂ। ਕਿਉਂ ਨਹੀਂ ਜੀ ਕੀਤਾ? ਕਿਉਂਕਿ ਇਸ ਵੇਲੇ ਤਾਂ ਜ਼ਰੂਰੀ ਸੀ ਕਿ ਤੁਸੀਂ ਮਾਸੀ ਕੋਲੇ ਰਹਿ ਲੈਂਦੇ, ਉਹ ਮੰਮੀ ਪਾਪਾ ਵਾਂਗੂ ਤੁਹਾਨੂੰ ਪਿਆਰ ਕਰਦੇ, ਤੇ ਫਿਰ ਤੁਹਾਨੂੰ ਪੜ੍ਹਾ ਦਿੰਦੇ ਸ਼ਾਇਦ। ਕਿਹੜੀ ਚੀਜ਼ ਸੀ ਜਿਹਦੇ ਕਰਕੇ ਤੁਸੀਂ ਨਹੀਂ ਸੀ ਜਾਂਦੇ ਉਹਨਾਂ ਕੋਲੇ? ਕੋਈ ਪ੍ਰੋਬਲਮ ਨਹੀਂ ਸੀ ਜੀ। ਫਿਰ ਕਾਹਤੋਂ ਨਹੀਂ ਗਏ ਬੱਚੇ? ਤਾਂ ਇੰਨੀ ਜਗ੍ਹਾ, ਇਹੋ ਜੀ ਜਗ੍ਹਾ ਤੇ ਰਹਿਣ ਕਿਉਂ ਰਹੇ ਤੁਸੀਂ? ਵੈਸੇ ਜੀ। ਕੀ ਬਣਨ ਦਾ ਸੁਪਨਾ ਵੱਡੇ ਹੋ ਕੇ ਕੀ ਬਣਨਾ ਸੀ ਪੜ੍ਹ ਕੇ ਤੁਸੀਂ? ਟੀਚਰ ਜਾਂ ਡਾਕਟਰ ਜਾਂ ਪੁਲਿਸ ਵਾਲਾ ਜੀ। ਤੇ ਜਿਵੇਂ ਹੁਣ ਤੁਸੀਂ ਕਿਹਾ ਕਿ ਫੀਸ ਨੂੰ ਤਾਂ ਪੈਸੇ ਨਹੀਂ ਸੀਗੇ, ਸਕੂਲ ਸ਼ੁਰੂ ਹੋ ਗਏ ਸੀਗੇ ਤੇ ਵੀਰੇ ਤੋਂ ਭਰ ਨਹੀਂ ਸੀ ਹੋਣੇ, ਫਿਰ ਕੀ ਬਣਨਾ ਸੀ? ਫਿਰ ਸੁਪਨੇ ਦਾ ਕੀ ਹੋਣਾ ਸੀ ਤੁਹਾਡੇ ਦਾ? ਉਹ ਫਿਰ ਸੁਪਨਾ ਰਹਿ ਜਾਂਦਾ ਜੀ। ਫਿਰ ਜੇ ਕਲੱਬ ਵਾਲੇ ਨਾਂ ਦੇ ਜੀ 10 ਫਿਰ ਕਲੱਬ। ਸੁਪਨਾ ਰਹਿ ਜਾਣਾ ਸੀ। ਹਾਂਜੀ। ਤੇ ਹੁਣ ਕੀ ਲੱਗਦਾ, ਹੁਣ ਉਹ ਸੁਪਨਾ ਪੂਰਾ ਕਰ ਲਓਗੇ ਤੁਸੀਂ? ਹਾਂਜੀ। ਹੁਣ ਕੀ ਸੁਪਨਾ? ਟੀਚਰ ਹੀ ਬਣਨਾ? ਕਿੱਥੋਂ ਤੱਕ ਪੜ੍ਹਨਾ? ਹੋਰ ਕੀ ਸੁਪਨੇ ਆ ਤੁਹਾਡੇ? 3 ਸੁਪਨੇ ਆ ਜੀ, ਇਹਨਾਂ 'ਚ ਇੱਕ ਮੰਨਣਾ ਹੈ ਜੀ। ਕਿਹੜੇ 3 ਸੁਪਨੇ ਆ? ਇੱਕ ਟੀਚਰ ਬਣਨਾ ਹੈ ਜੀ, ਜਾਂ ਪੁਲਿਸ ਵਾਲਾ ਜਾਂ ਡਾਕਟਰ ਜੀ। ਓਕੇ। ਹੁਣ ਇਹਨਾਂ ਤਿੰਨਾਂ ਦੇ ਵਿੱਚੋਂ ਇੱਕ ਕਿਹੜਾ ਸਭ ਤੋਂ ਜ਼ਿਆਦਾ ਪਿਆਰਾ ਹੈ? ਟੀਚਰ ਜੀ। ਟੀਚਰ ਬਣਨਾ? ਹਾਂਜੀ। ਤੇ ਹੁਣ ਉਹਦੇ ਲਈ ਹੋ ਸਕਦਾ ਹੈ ਕਿ ਜਿਵੇਂ ਲੋਕ ਤੁਹਾਨੂੰ ਬਹੁਤ ਮਦਦ ਕਰ ਰਹੇ ਆ, ਹਨਾ, ਤੁਹਾਨੂੰ ਪਤਾ ਲੱਗ ਗਿਆ ਹੋਣਾ ਲੋਕ ਪੈਸੇ ਭੇਜ ਰਹੇ ਆ, ਪਰ ਲੋਕ ਇਹ ਚਾਹੁੰਦੇ ਆ ਕਿ ਜਿਵੇਂ ਦੀਆਂ ਖਬਰਾਂ ਆਉਂਦੀਆਂ, ਹਨਾ, ਡਰ ਹੁੰਦਾ ਹੈ, ਕੋਈ ਵੀ ਆ ਸਕਦਾ, ਕਈ ਵਾਰ ਖਰਾਬ ਲੋਕ ਵੀ ਹੁੰਦੇ ਆ ਸਮਾਜ ਦੇ ਵਿੱਚ, ਤੇ ਉਹ ਚਾਹੁੰਦੇ ਨਹੀਂ ਆ ਕਿ ਤੁਸੀਂ ਇਹੋ ਜਿਹੀ ਜਗ੍ਹਾ ਤੇ ਰਹੋ। ਉਹ ਚਾਹੁੰਦੇ ਆ ਕਿ ਤੁਸੀਂ ਹੋਸਟਲ ਜਾ ਕੇ ਪੜ੍ਹੋ ਜਾਂ ਕਿਸੇ ਹੋਰ ਸੋਹਣੀ ਜਗ੍ਹਾ ਤੇ ਘਰ ਪਾ ਦਿੱਤਾ ਜਾਵੇ ਤੁਹਾਨੂੰ, ਜਿੱਥੇ ਤੁਹਾਨੂੰ ਖਤਰਾ ਨਾ ਹੋਵੇ। ਫਿਰ ਤੁਸੀਂ ਉਹਨਾਂ ਦੀ ਗੱਲ ਮੰਨੋਗੇ? ਨਹੀਂ ਜੀ, ਅਸੀਂ ਇੱਥੇ ਠੀਕ ਹਾਂ ਜੀ। ਘਰ ਵੀ ਸਾਡਾ ਇੱਥੇ ਹੀ ਜੀ। ਪੜ੍ਹਨਾ ਸੀ ਸਰਦੂਲਗੜ੍ਹ ਵਾਜਾ ਕਰਾਂਗੇ ਜੀ। ਅੱਛਾ। ਹਾਂਜੀ। ਫਿਰ ਇੰਨੇ ਲੰਬੇ ਸਮੇਂ ਤੱਕ ਬੱਚੂ ਤੁਹਾਡਾ ਧਿਆਨ ਕੌਣ ਰੱਖੂਗਾ? ਜੇ ਬਾਈ ਜੀ ਹੋਰੀ ਕਹਿ ਰਹੇ ਆ ਕਿ ਅਸੀਂ ਚਾਹੁੰਦੇ ਹਾਂ ਹੋਸਟਲ ਰਹਿ ਕੇ ਪੜ੍ਹਨ, ਇਹ ਫਿਰ ਜਦੋਂ ਵੱਡੇ ਹੋ ਜਾਣਗੇ ਦੋਨੋਂ ਜਾਣੇ, ਆਪਦੀ ਕੇਅਰ ਕਰ ਸਕਣਗੇ, ਫਿਰ ਤੁਸੀਂ ਕਿਤੇ ਜਾ ਕੇ, ਫਿਰ ਇੱਥੇ ਕਿਉਂ ਰਹਿਣਾ ਬੱਚੇ? ਵੈਸੇ ਹੀ ਰਹਿਣਾ ਜੀ ਅਸੀਂ ਇੱਥੇ। ਹੁਣ ਵੀਰੇ ਦੀ ਹਾਲਤ ਕਿਵੇਂ ਆ? ਵੀਰਾ ਬਿਮਾਰ ਆ ਹੁਣ? ਹਾਂਜੀ। ਕੀ ਹੋਇਆ ਉਹਨੂੰ? ਉਹਨਾਂ ਨੂੰ ਛਾਲੀਆਂ ਲੱਗ ਰਹੀਆਂ ਜੀ। ਤੇ ਜਦੋਂ ਕੱਲ ਪਰਸੋਂ ਦਾ ਤਾਂ ਤੁਹਾਨੂੰ ਇਹਨਾਂ ਨੇ ਇਕੱਲੇ ਨਹੀਂ ਛੱਡਿਆ, ਤੁਹਾਡਾ ਧਿਆਨ ਰੱਖ ਰਹੇ ਆ, ਤੇ ਜਦੋਂ ਕਦੇ ਇਕੱਲੇ ਹੁੰਦੇ ਸੀਗੇ ਘਰ ਦੇ ਵਿੱਚ
ਤੇ ਤੁਸੀਂ ਕਦੇ ਭੈਣ ਭਰਾ ਗੱਲ ਨਹੀਂ ਸੀ ਕਰਦੇ ਵੀ ਆਪਣੇ ਘਰ ਦੀ ਹਾਲਤ ਕੀ ਹੋ ਗਈ ਆ, ਜਾਂ ਮੰਮੀ ਡੈਡੀ ਨੇ ਕੁਝ ਕਿਹਾ ਹੋਵੇ ਜਿਹਨੂੰ ਤੁਸੀਂ ਯਾਦ ਕਰਦੇ ਹੋਵੋ, ਪਾਪਾ ਨੇ ਕੁਝ ਕਦੇ ਕੋਈ ਗੱਲ ਕਹੀ ਹੋਵੇ ਜਿਹਦੇ ਬਾਰੇ ਕਦੇ ਤੁਸੀਂ ਕੋਈ ਗੱਲਾਂ ਕਰਦੇ ਹੋਵੋ? ਅਸੀਂ ਘਰ ਦੇ ਬਾਰੇ ਸੋਚਦੇ ਸੀ ਜੀ। ਭਰਾ ਕਹਿੰਦਾ ਸੀ ਮੈਂ ਕੋਈ ਹੋਰ ਕੰਮ ਲਾ ਕੇ ਆਪਾਂ ਛੱਤ ਬਦਲਾਂਗੇ ਜੀ, ਪੱਕੀ ਕਰਾਂਗੇ ਛੱਤ। ਇਹ ਗੱਲਾਂ ਕਰਦੇ ਹੁੰਦੇ ਸੀ? ਹਾਂਜੀ। ਹੋਰ ਕੀ ਗੱਲਾਂ ਕਰਦੇ ਸੀ? ਵੀਰੇ ਦੀ ਪੜ੍ਹਾਈ ਬਾਰੇ, ਤੇਰੀ ਪੜ੍ਹਾਈ ਬਾਰੇ? ਮੈਨੂੰ ਵੀ ਆਂਦਾ ਹੁੰਦਾ ਸੀ ਤੂੰ ਪੜ੍ਹ ਲੈ, ਮੈਂ ਨਹੀਂ ਪੜ੍ਹਦਾ ਹੈਗਾ, ਤੂੰ ਪੜ੍ਹ ਲੈ, ਅਗਾ 8ਵੀਂ ਕਰ ਲੈ, 9ਵੀਂ +2 ਕਰ ਲੈ, ਮੈਂ ਹਟ ਜਾਣਾ। ਉਹ ਹਟ ਵੀ ਗਿਆ ਸੀ ਜੀ, ਹੁਣ ਦੁਬਾਰਾ ਲੱਗ ਗਿਆ ਸਕੂਲ 'ਚ। ਦੁਬਾਰਾ ਲੱਗ ਗਿਆ? ਹਾਂਜੀ। ਕਿਹਨੇ ਲਾਇਆ ਪੜ੍ਹਨ? ਕਲੱਬ ਵਾਲਿਆਂ ਨੇ ਲਾਇਆ ਜੀ। ਉਸ ਤੋਂ ਪਹਿਲਾਂ ਵੀਰੇ ਨੇ ਇਹ ਕਿਹਾ ਸੀਗਾ ਕਿ ਮਤਲਬ ਤੂੰ ਪੜ੍ਹ ਲੈ ਤੇ ਮੈਂ ਨਹੀਂ ਪੜ੍ਹਦਾ? ਹਾਂਜੀ। ਕਦ ਤੱਕ ਐਂ ਰਹਿਣਾ ਸੀਗਾ ਫਿਰ? ਵੀਰੇ ਨੂੰ ਐਂ ਟੈਨਸ਼ਨ ਨਹੀਂ ਸੀ ਹੁੰਦੀ ਵੀ ਮੈਂ ਚਲਾ ਜਾਣਾ? ਉਹ ਤਾਂ ਨਿੱਕਾ ਜਿਹਾ ਵਾ, ਤੂੰ ਵੀ ਨਿੱਕੀ ਜੀ ਆ, ਕਿ ਮੈਂ ਚਲਾ ਜਾਊਂਗਾ ਤੇ ਬਾਅਦ ਚ ਭੈਣ ਇਕੱਲੀ ਆ। ਉਹਨੇ ਨਹੀਂ ਕਦੇ ਕਿਹਾ ਸੀ ਵੀ ਆਪਾਂ ਕਿਤੇ ਹੋਰ ਜਾ ਕੇ ਰਹਿਣ ਲੱਗ ਜਾਈਏ? ਇੱਥੇ ਤਾਂ ਕੋਈ ਨੇੜੇ ਤੇੜੇ ਤੁਹਾਨੂੰ ਕੋਈ ਸਾਂਭਣ ਵਾਲਾ ਵੀ ਨਹੀਂ ਹੈਗਾ। ਤੁਸੀਂ ਕਿਹਾ ਕਿ ਮਾਮਾ ਮਾਮੀ ਵੀ ਨਹੀਂ ਸੀ ਆਉਂਦੇ ਹੁੰਦੇ, ਉਹਨਾਂ ਨੇ ਆਪਦੇ ਨਾਲ ਵੀ ਨਹੀਂ ਰੱਖਿਆ ਤੁਹਾਨੂੰ। ਇਹ ਚੀਜ਼ਾਂ ਨਹੀਂ, ਡਰ ਨਹੀਂ ਸੀ ਲੱਗਦਾ ਵੀਰੇ ਨੂੰ? ਲੱਗਦਾ ਨਾ ਜੀ, ਉਹਨੂੰ ਹੀ ਪਤਾ ਉਹਨਾਂ ਦੇ ਦਿਲ ਦੀ ਗੱਲ ਤਾਂ ਜੀ। ਕਦੇ ਦੱਸੀ ਨਹੀਂ ਉਹਨੇ ਦਿਲ ਦੀ ਗੱਲ ਆਪਣੀ? ਨਹੀਂ ਜੀ। ਪੂਜਾ, ਮੈਂ ਇੱਕ ਹੋਰ ਸਵਾਲ ਪੁੱਛਣਾ ਤੁਹਾਨੂੰ ਕਿ ਬੱਚੇ ਆ ਤੁਸੀਂ, ਬਹੁਤ ਛੋਟੇ ਛੋਟੇ ਆ ਨਾ, ਕੁੜੀਆਂ ਦਾ ਜੀ ਕਰਦਾ ਹੁੰਦਾ ਕਿ ਆਹ ਖਿਡੌਣਾ ਲੈ ਲਾਂ, ਉਹ ਕੋਈ ਕਿਤਾਬ ਪਸੰਦ ਆ ਮੈਨੂੰ, ਜਾਂ ਕਦੇ ਕੋਈ ਦਿਨ ਤਿਉਹਾਰ ਤੇ ਕੁਝ ਵਧੀਆ ਚੀਜ਼ਾਂ ਖਾਣ ਨੂੰ ਜੀ ਕਰਦਾ ਹੋਊਗਾ। ਬੱਚਿਆਂ ਦਾ ਜੀ ਕਰਦਾ ਹੁੰਦਾ ਨਾ, ਕਦੀ ਕੁਲਫੀ ਲੈ ਲਈਏ, ਕਦੀ ਕੁਝ ਕਦੀ ਕੁਝ। ਇਹਨਾਂ ਚੀਜ਼ਾਂ ਨੂੰ ਜੀ ਨਹੀਂ ਸੀ ਕਰਦਾ ਤੁਹਾਡਾ ਦੋਨਾਂ ਜਣਿਆਂ ਦਾ? ਕਰਦਾ ਤਾਂ ਜੀ, ਪਰ ਪੈਸੇ ਨਹੀਂ ਸੀ ਸਾਡੇ ਕੋਲ। ਇਹਦੇ ਬਾਰੇ ਕਦੇ ਵੀਰਾ ਗੱਲ ਕਰਦਾ ਸੀ ਕਿ ਮੈਂ ਤੈਨੂੰ ਕਦੀ ਕਿਸੇ ਦਿਨ ਕੁਝ ਲਿਆ ਕੇ ਦੇਵਾਂਗਾ ਜਾਂ? ਹਾਂਜੀ, ਕਹਿੰਦਾ ਹੁੰਦਾ ਸੀਗਾ ਜੀ। ਤੁਹਾਨੂੰ ਉਹ ਕਹਿੰਦਾ ਸੀ? ਸਿਰਫ 1 ਸਾਲ ਵੱਡਾ ਤੁਹਾਡੇ ਤੋਂ? ਹਾਂਜੀ। ਇਹ ਸਾਡੇ ਸਮਾਜ ਦੀ ਹਕੀਕਤ ਆ। ਮੈਨੂੰ ਤਕਲੀਫ ਹੋਈ ਆ ਇਸ ਕੁੜੀ ਨੂੰ ਇਹ ਗੱਲਾਂ ਪੁੱਛਣ ਦੇ ਲਈ, ਪਰ ਇਹ ਗੱਲਾਂ ਪੁੱਛਣੀਆਂ ਜ਼ਰੂਰੀ ਸੀ ਕਿਉਂਕਿ ਤੁਹਾਨੂੰ ਸਭ ਨੂੰ ਪਤਾ ਲੱਗੇ। ਬਿਨਾਂ ਸ਼ੱਕ ਕਿਸਾਨੀ ਮੋਰਚੇ ਨੇ ਸਾਡੇ 'ਚ ਥੋੜੀ ਜਿਹੀ ਇਨਸਾਨੀਅਤ ਵਾਪਸ ਜਿੰਦਾ ਕੀਤੀ ਆ ਕਿ ਸਾਡੇ ਭੈਣ ਭਰਾ ਜਿਹੜੇ ਜਾ ਕੇ ਕਿਸਾਨੀ ਮੋਰਚੇ ਤੇ ਬੈਠੇ ਹੋਏ ਨੇ ਤੇ ਅਸੀਂ ਉਹਨਾਂ ਦੇ ਘਰਾਂ ਦੇ ਕੰਮਾਂ ਨੂੰ ਹੱਥ ਪਾਇਆ, ਉਹਨਾਂ ਦੀਆਂ ਫਸਲਾਂ ਨੂੰ ਰਲ ਮਿਲ ਕੇ ਸਾਂਭਿਆ। ਤੇ ਆਹ ਹਕੀਕਤ ਤੁਸੀਂ ਜਗ੍ਹਾ ਦੇਖੀ ਆ ਬਾਹਰ, ਕਿੰਨੀ ਸੁੰਨੀ ਜਗ੍ਹਾ ਤੇ ਘਰ ਬਣਿਆ ਹੋਇਆ, ਟੁੱਟਿਆ ਹੋਇਆ ਇੱਕ ਕਮਰਾ, ਛੋਟੀ ਜੀ ਬੱਚੀ। ਔਰ ਇਹਨਾਂ ਬੱਚਿਆਂ ਦੀਆਂ ਗੱਲਾਂ ਕੀ ਹੋਣੀਆਂ ਚਾਹੀਦੀਆਂ ਸੀ ਤੁਹਾਨੂੰ ਮੈਨੂੰ ਸਭ ਨੂੰ ਪਤਾ ਹੈ, ਪਰ ਇਹਨਾਂ ਦੀਆਂ ਗੱਲਾਂ ਕੀ ਹੁੰਦੀਆਂ ਸੀ ਮੈਂ ਉਹ ਇਸ ਬੱਚੀ ਤੋਂ ਪੁੱਛਣ ਦੀ ਕੋਸ਼ਿਸ਼ ਕੀਤੀ ਆ ਕਿ 2 ਬੱਚੇ ਮਹਿਜ਼ 12 ਔਰ 13 ਸਾਲ ਦੇ ਸਾਡੇ ਸਮਾਜ ਦੇ ਮੂੰਹ ਤੇ ਥੱਪੜ ਮਾਰਦੇ ਹੋਏ ਇਹ ਇੰਟਰਵਿਊਜ਼ ਦੇ ਜ਼ਰੀਏ ਤੁਹਾਡੇ ਸਾਹਮਣੇ ਮੈਂ ਗੱਲਾਂ ਲੈ ਕੇ ਆਈ ਆ ਕਿ ਇਹ ਪੁੱਛ ਕੀ ਰਹੇ ਆ, ਇੱਕ ਦੂਜੇ ਨਾਲ ਡਿਸਕਸ ਕੀ ਕਰਦੇ ਆ ਡਿੱਗਣ ਵਾਲੀ ਛੱਤ ਦੇ ਨੀਚੇ ਬੈਠ ਕੇ ਕਿ ਕੁਲਫੀਆਂ ਖਾਣ ਨੂੰ ਜੀ ਕਰਦਾ ਹੈ, ਬੱਚਿਆਂ ਦੀਆਂ ਬਹੁਤ ਛੋਟੀਆਂ-ਛੋਟੀਆਂ ਮੰਗਾਂ ਜਿਹੜੀਆਂ ਹੁੰਦੀਆਂ ਪੂਰੀਆਂ ਕਰਨ ਨੂੰ ਜੀ ਕਰਦਾ, ਪਰ ਸਾਡੇ ਕੋਲੇ ਪੈਸੇ ਨਹੀਂ। ਔਰ ਮਹਿਜ਼ 12 ਔਰ 13 ਸਾਲ ਦੇ ਬੱਚੇ ਜਿਨ੍ਹਾਂ ਦਾ ਬਚਪਨ ਅਜੇ ਉਹਨਾਂ ਨੇ ਪੂਰੇ ਤਰੀਕੇ ਨਾਲ ਨਹੀਂ ਜਿਉਇਆ ਔਰ ਉਹਨਾਂ ਨੂੰ ਛੱਡ ਦਿੱਤਾ ਗਿਆ ਰੱਬ ਦੇ ਆਸਰੇ। ਔਰ ਇਹ ਛੋਟੀ ਬੱਚੀ ਜਿਸ ਤਰੀਕੇ ਦਾ ਸਾਡਾ ਸਮਾਜ ਹੈ ਬਿਲਕੁਲ ਅਸੁਰੱਖਿਅਤ ਜਗ੍ਹਾ ਦੇ ਉੱਤੇ ਛੱਡ ਦਿੱਤੀ ਗਈ ਆ। ਔਰ ਦੋਨੋਂ ਭੈਣ ਭਰਾ ਗੱਲਾਂ ਕੀ ਕਰਦੇ ਆ ਕਿ ਮੈਂ ਪੜ੍ਹਨਾ ਬੰਦ ਕਰ ਦੇਣਾ, ਤੂੰ ਪੜ੍ਹ। ਤੇ ਹੌਲੀ ਹੌਲੀ ਕਰਕੇ 20-30 ਰੁਪਏ ਦੇ ਵਿੱਚ ਰੋਜ਼ ਕਦੀ ਥੋੜੀ ਚੀਨੀ, ਕਦੀ ਰੋਜ਼ ਥੋੜਾ ਕੁਝ, ਇਸ ਤਰੀਕੇ ਦੇ ਨਾਲ ਅਸੀਂ ਛੱਡ ਦਿੱਤਾ। ਸੋ ਸ਼ਰਮ ਆਉਂਦੀ ਆ, ਥੋੜਾ ਹੋਰ ਆਪਣੇ ਆਪ ਨੂੰ ਦੇਖੀਏ ਕਿ ਅਸੀਂ ਕਿੱਥੇ ਵਿਚਰ ਰਹੇ ਹਾਂ। ਔਰ ਕਿਸਾਨੀ ਮੋਰਚੇ ਨੇ ਸਾਨੂੰ ਬਹੁਤ ਕੁਝ ਸਿਖਾਇਆ, ਕਾਸ਼ ਅਸੀਂ ਇਹ ਵੀ ਸਿੱਖ ਲੈਂਦੇ ਕਿ ਅਸੀਂ ਆਸ-ਪਾਸ ਥੋੜੀ ਨਜ਼ਰ ਮਾਰੀਏ ਔਰ ਇਨਸਾਨੀਅਤ ਜਿੰਦਾ ਰੱਖੀਏ ਕਿ ਬੱਚੀਆਂ ਤਾਂ ਵੈਸੇ ਵੀ ਸਾਡੇ ਸਮਾਜ ਦੇ ਵਿੱਚ ਅਸੀਂ ਸੁਰੱਖਿਅਤ ਨਹੀਂ ਛੱਡੀਆਂ, ਪਰ ਇਸ ਤਰੀਕੇ ਦੇ ਨਾਲ ਕਿਸੇ ਦੁਰਘਟਨਾ ਹੋ ਜਾਣ ਦੀ ਉਡੀਕ ਦੇ ਵਿੱਚ ਤੱਕ ਅਸੀਂ ਸਭ ਅੱਖਾਂ ਬੰਦ ਕਰਕੇ ਬੈਠੇ ਹੋਏ ਹਾਂ। ਸੋ ਇਹ ਪੂਜਾ ਨੂੰ ਸਲਾਮ ਕਰਦੀ ਹਾਂ ਮੈਂ ਕਿ ਸੁਪਨੇ ਜਿਉਂਦੇ ਆ। ਔਰ ਫਿਰ ਇੱਕ ਉਹੀ ਕੁੜੀ ਵਾਲੀ ਜ਼ੁਬਾਨ ਕਿ ਜੇ ਨਾ ਵੀਰਾ ਪੈਸੇ ਕਰ ਪਾਉਂਦਾ, ਨਾ ਫੀਸ ਹੁੰਦੀ ਤੇ ਸ਼ਾਇਦ ਸੁਪਨਾ ਰਹਿ ਜਾਂਦਾ। ਪਰ ਪੂਜਾ, ਮੈਂ ਤੁਹਾਨੂੰ ਇੱਕ ਗੱਲ ਕਹਿਣੀ ਆ ਕਿ ਜਿੰਨੇ ਤੁਸੀਂ ਬਹਾਦਰ ਆ ਉਨੀ ਬਹਾਦਰ ਸ਼ਾਇਦ ਪੰਜਾਬ ਦੀ ਕੋਈ ਕੁੜੀ ਨਹੀਂ ਆ। ਔਰ ਮੈਨੂੰ ਯਕੀਨ ਹੈ ਕਿ ਤੂੰ ਜ਼ਰੂਰ ਕੁਝ ਬਣੇਗੀ, ਟੀਚਰ ਬਣਨ ਦਾ ਸੁਪਨਾ ਪੂਰਾ ਹੋਊਗਾ ਕਿਉਂਕਿ ਤੇਰੇ ਵਰਗੀਆਂ ਕੁੜੀਆਂ ਹਾਰ ਨਹੀਂ ਮੰਨਦੀਆਂ। ਜਿਹੜੀ ਕੁੜੀ ਇੰਨੀ ਡਰਾਉਣੀ ਥਾਂ ਦੇ ਉੱਤੇ ਬੈਠੀ ਹੋਈ ਆ ਕਿ ਸ਼ਾਇਦ ਮੈਂ ਆਪਣੇ ਆਪ ਨੂੰ ਬਹਾਦਰ ਕਹਿੰਦੀ ਆ, ਮੈਨੂੰ ਵੀ ਇਹੋ ਜਿਹੇ ਘਰ ਦੇ ਵਿੱਚ ਰਾਤ ਨੂੰ ਸੌਂਦਿਆਂ ਡਰ ਲੱਗੂਗਾ ਜਿਹਦੇ ਸਾਹਮਣੇ ਬਿਲਕੁਲ ਰੋਹੀ ਬਿਆਬਾਨ ਆ ਔਰ ਦਰਵਾਜ਼ੇ ਦੇ ਨਾਂ ਤੇ ਲੱਕੜ ਦੀ ਛੋਟੀ ਜਿਹੀ ਚਿਟਕਣੀ ਆ ਇੱਕ, ਤਾਂ ਉੱਥੇ ਜੇ ਪੂਜਾ ਇਦਾਂ ਦੀਆਂ ਗੱਲਾਂ ਕਰ ਰਹੀ ਹੈ ਕਿ ਨਹੀਂ ਅਸੀਂ ਇੱਥੇ ਐਡਜਸਟ ਕਰ ਲਾਂਗੇ, ਅਸੀਂ ਰਹਿ ਲਾਂਗੇ, ਤਾਂ ਇਹਦੀ ਬਹਾਦਰੀ ਨੂੰ ਬਿਨਾਂ ਸ਼ੱਕ ਸਲਾਮ ਕਰਨਾ ਬਣਦਾ ਹੈ। ਤੇ ਨਾਲ ਦੀ ਨਾਲ ਇਹ ਕਹਿਣਾ ਬਣਦਾ ਹੈ ਕਿ ਲਾਨਤ ਆ ਸਾਨੂੰ ਔਰ ਸਾਡੇ ਸਮਾਜ ਨੂੰ ਜਿਹੜਾ ਇਸ ਤਰੀਕੇ ਦੇ ਨਾਲ ਬਚਪਨ ਨੂੰ ਜਿਹਨੇ
ਇਸ ਉਮਰੇ ਖੇਡਣਾ ਹੁੰਦਾ ਹੈ, ਖਿਲਣਾ ਹੁੰਦਾ ਫੁੱਲ ਬਣ ਕੇ। ਔਰ ਕੁਦਰਤ ਦੇ ਉੱਤੇ ਕਿਸੇ ਦਾ ਜ਼ੋਰ ਨਹੀਂ ਆ, ਇਹਨਾਂ ਦਾ ਵੀ ਜ਼ੋਰ ਨਹੀਂ ਆ, ਇਹਨਾਂ ਦੇ ਮਾਪੇ ਚਲੇ ਗਏ ਆ, ਪਰ ਬੱਚਿਆਂ ਨੂੰ ਇਸ ਤਰੀਕੇ ਨਾਲ ਛੱਡ ਦੇਣਾ। ਐਂਡ ਥੈਂਕ ਯੂ ਕਰਦੇ ਆ ਅਰਦਾਸ ਚੈਰੀਟੇਬਲ ਟਰਸਟ ਨੂੰ, ਜਿਨ੍ਹਾਂ ਨੇ ਇਹਨਾਂ ਬੱਚਿਆਂ ਨੂੰ ਸਾਂਭਿਆ। ਤੇ ਹੁਣ ਬਹੁਤ ਸਾਰੇ ਲੋਕ ਅੱਗੇ ਆ ਰਹੇ ਆ, ਪਰ ਇਹ ਜਿਹੜੀ ਇੱਕ ਆਖਰੀ ਕਹਾਣੀ ਨਹੀਂ ਹੋਊਗੀ ਪੰਜਾਬ ਦੀ। ਇਦਾਂ ਦੀਆਂ ਹੋਰ ਬਹੁਤ ਸਾਰੀਆਂ ਕਹਾਣੀਆਂ ਸਾਡੇ ਆਸ-ਪਾਸ ਹੋਣਗੀਆਂ। ਸ਼ਾਇਦ ਹੁਣ ਕੁਝ ਸਿੱਖ ਲਈਏ ਤੇ ਅਸੀਂ ਇਹਦੇ ਤੋਂ ਜਿਹੜੀ ਆ ਨਜ਼ਰ ਮਾਰ ਲਈਏ ਕਿ ਸਾਡੇ ਆਸ-ਪਾਸ ਵੀ ਇਦਾਂ ਦੇ ਲੋਕ ਹੋਣਗੇ ਜਿਨ੍ਹਾਂ ਨੂੰ ਤੁਹਾਡੀ ਮਦਦ ਦੀ ਅਸਲੀਅਤ ਦੇ ਵਿੱਚ ਜ਼ਰੂਰਤ ਹੋਊਗੀ, ਤੇ ਛੋਟੇ ਬੱਚਿਆਂ ਨੂੰ ਸੁਰੱਖਿਆ ਦੀ ਜ਼ਰੂਰਤ ਬਿਲਕੁਲ ਹੋਊਗੀ। ਸੋ ਇਸ ਕਹਾਣੀ ਦੇ ਨਾਲ ਮੈਂ ਸਮਾਪਤੀ ਕਰਦੀ ਹਾਂ ਔਰ ਪੂਜਾ ਨੂੰ ਜਿਹੜਾ ਸਲਾਮ ਕਰਦੀ ਹਾਂ। ਪੂਜਾ, ਤੁਸੀਂ ਟੀਚਰ ਜ਼ਰੂਰ ਬਣੋਗੇ। ਇਸ ਵੇਲੇ ਪੂਜਾ ਦਾ ਘਰ ਜਿਹੜਾ ਬਣ ਰਿਹਾ ਹੈ, ਪਿੱਛੇ ਤੁਸੀਂ ਢਾਂਚਾ ਦੇਖ ਸਕਦੇ ਹੋ, ਪੂਜਾ ਦਾ ਘਰ ਬਣਾਇਆ ਜਾ ਰਿਹਾ। ਔਰ ਪੂਜਾ ਨੂੰ ਪੜ੍ਹਾਉਣ ਦੇ ਲਈ ਜਿਹੜੀ ਆ ਚੈਰੀਟੇਬਲ ਟਰਸਟ ਹੈਗਾ ਅਰਦਾਸ, ਇਹਨਾਂ ਨੇ ਤਹੀਆ ਕੀਤਾ ਹੋਇਆ। ਸੋ ਹੁਣ ਕੋਈ ਨਾ ਕੋਈ ਸੋਲਿਊਸ਼ਨ ਜਿਹੜਾ ਜ਼ਰੂਰ ਨਿਕਲ ਆਊਗਾ, ਕਿਉਂਕਿ ਚੰਗੇ ਲੋਕਾਂ ਦੀ ਨਜ਼ਰ ਦੇ ਵਿੱਚ ਇਹ ਬੱਚੇ ਆ ਗਏ ਹੋਏ ਆ, ਤੇ ਇਹਨਾਂ ਦਾ ਹੱਲ ਕੋਈ ਖੂਬਸੂਰਤ ਹੀ ਹੋਊਗਾ। ਸੋ ਇਸ ਤਰ੍ਹਾਂ ਦੀਆਂ ਹੋਰ ਅਪਡੇਟਸ ਦੇ ਲਈ ਜੁੜੇ ਰਹੋ ਔਨ ਏਅਰ ਦੇ ਨਾਲ। ਮੈਂ ਰਮਨ ਤੂਰ, ਕੈਮਰਾਮੈਨ ਯਾਦਵਿੰਦਰ ਸਿੰਘ ਦੇ ਨਾਲ, ਸਰਦੂਲਗੜ੍ਹ ਤੋਂ।